ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਇਸ ਪਿਛਲੇ ਵੀਡੀਓ ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਸੀਗੀ। ਅਸੀਂ ਦੋ ਫੰਡਾਮੈਂਟਲ ਰਾਈਟਸ ਸੀਗੇ ਜਿਹੜੇ ਸਾਡੇ ਰਾਈਟ ਟੂ ਇਕੁਐਲਿਟੀ ਐਂਡ ਰਾਈਟ ਟੂ ਫਰੀडम, ਇਹਨਾਂ ਬਾਰੇ ਅਸੀਂ ਡਿਸਕਸ ਕਰ ਲਿਆ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਸੋ ਪਲੀਜ਼ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਰਹੀ ਹਾਂ ਉਸ ਵੀਡੀਓ ਦਾ, ਉਸ ਵੀਡੀਓ ਨੂੰ ਜ਼ਰੂਰ ਦੇਖਿਓ। ਹੁਣ ਅਸੀਂ ਅੱਜ ਆਪਣਾ ਥਰਡ ਫੰਡਾਮੈਂਟਲ ਰਾਈਟ ਕਰਦੇ ਹਾਂ, ਰਾਈਟ ਅਗੇਨਸਟ ਐਕਸਪਲੋਇਟੇਸ਼ਨ, ਜਿਹਦੇ ਵਿੱਚ ਕੀ ਹੈ ਆਰਟੀਕਲ 23 ਐਂਡ ਆਰਟੀਕਲ 24 ਆਉਂਦੇ ਨੇ। ਆਰਟੀਕਲ ਰਾਈਟ ਅਗੇਨਸਟ ਐਕਸਪਲੋਇਟੇਸ਼ਨ ਮਤਲਬ ਸਮਾਜ ਦੇ ਵਿਰੁੱਧ ਕੀ ਸਾਨੂੰ ਅਧਿਕਾਰ ਮਿਲੇ ਹੋਏ ਆ। ਜੇ ਸਮਾਜ ਸਾਡੇ ਨਾਲ ਧੱਕਾ ਕਰਦਾ ਹੈ, ਅਸੀਂ ਕੀ ਇਹ ਸਾਨੂੰ ਰਾਈਟ ਮਿਲਿਆ ਹੋਇਆ ਹੈ, ਅਸੀਂ ਅਪੀਲ ਕਰ ਸਕਦੇ ਹਾਂ ਹਾਈ ਕੋਰਟ ਦੇ ਵਿੱਚ ਜਾ ਕੇ, ਸੁਪਰੀਮ ਕੋਰਟ ਦੇ ਵਿੱਚ ਜਾ ਕੇ, ਅਤੇ ਸਾਡੇ ਨੇੜੇ ਦੀ ਵੀ ਕੋਰਟ ਦੇ ਵਿੱਚ ਜਾ ਕੇ ਕੀ ਅਸੀਂ ਅਪੀਲ ਕਰ ਸਕਦੇ ਹਾਂ। ਪਹਿਲਾਂ ਅਸੀਂ ਗੱਲ ਕਰਦੇ ਹਾਂ ਆਰਟੀਕਲ 23 ਦੀ। ਆਰਟੀਕਲ 23 ਕੀ ਕਹਿ ਰਿਹਾ ਹੈ? ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਬੰਧੁਆ ਮਜ਼ਦੂਰੀ 'ਤੇ ਕੀ ਹੈ ਪਾਬੰਦੀ ਹੈ ਵੀ ਜੇ ਕਿਸੇ ਨੂੰ ਅਸੀਂ ਜਦ ਕੰਮ ਕਰਵਾਉਣਾ ਚਾਹੁੰਦੇ ਹਾਂ ਉਸ ਚੀਜ਼ 'ਤੇ ਕੀ ਹੈ ਰੋਕ ਲਗਾਈ ਗਈ ਹੈ। ਕਿਹੜੀ ਜੇ ਸਾਡੇ 'ਤੇ ਕੋਈ ਕਹਿੰਦਾ ਹੈਗਾ ਵੀ ਤੁਸੀਂ ਧੱਕੇ ਨਾਲ ਵੀ ਇਹ ਕੰਮ ਕਰੋ, ਸਾਨੂੰ ਫੋਰਸਫੁਲੀ ਉਹ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ, ਮਜ਼ਦੂਰੀ ਕਰਵਾਈ ਜਾਂਦੀ ਹੈ, ਤਾਂ ਅਸੀਂ ਆਰਟੀਕਲ 23 ਦੇ ਅਕੋਰਡਿੰਗ ਅਸੀਂ ਉਹਦੇ ਵਿਰੁੱਧ ਕੀ ਇਹ ਕਾਰਵਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗੇ ਜੀ ਆਰਟੀਕਲ 24। ਆਰਟੀਕਲ 24 ਕੀ ਕਹਿੰਦਾ ਹੈ? ਪ੍ਰੋਹੀਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀ। ਜਿਹੜੇ ਬੱਚੇ ਨੇਗੇ 14 ਸਾਲ ਤੱਕ ਦੇ, ਠੀਕ ਹੈ, 14 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਅਕਸਰ ਕੀ ਕਹਿੰਦੇ ਜਿਹੜੇ ਗਰੀਬ ਹੁੰਦੇ ਨੇ, ਗਰੀਬ ਘਰਾਂ ਦੇ ਲੋਕ, ਜਦੋਂ ਬੱਚਾ 10-12 ਸਾਲ ਦਾ ਹੋ ਜਾਂਦਾ ਉਹਨਾਂ ਨੂੰ ਕੀ ਫੈਕਟਰੀਆਂ ਦੇ ਵਿੱਚ ਭੇਜ ਦਿੱਤਾ ਜਾਂਦਾ ਮਜ਼ਦੂਰੀ ਕਰਨ ਦੇ ਲਈ, ਉਹਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਕੰਮ ਕਰਨ ਦੇ ਲਈ, ਠੀਕ ਹੈ, ਉਸ ਤੋਂ ਕੰਮ ਕਰਵਾਉਣ ਲੱਗ ਜਾਂਦੇ ਨੇ। ਬਟ ਇਸ ਆਰਟੀਕਲ 24 ਅਕੋਰਡਿੰਗ ਕੀ ਹੈ 14 ਸਾਲ ਤੱਕ ਦੇ ਬੱਚੇ ਨੂੰ ਬਾਲ ਮਜ਼ਦੂਰੀ ਦੀ ਕੀ ਕੀਤੀ ਗਈ ਹੈ, ਮਨਾਹੀ ਕੀਤੀ ਗਈ ਹੈ। ਜੇ ਕੋਈ ਵੀ ਪਰਸਨ 14 ਸਾਲ ਤੱਕ ਤੋਂ ਛੋਟੇ ਬੱਚੇ ਤੋਂ ਕੰਮ ਕਰਵਾਉਂਦਾ ਹੈ, ਫੜਿਆ ਵੀ ਜਾਂਦਾ ਉਹ, ਠੀਕ ਹੈ, ਤਾਂ ਉਸਨੂੰ ਕੀ ਹੈ ਕੈਦ ਹੋ ਸਕਦੀ ਹੈ ਅਤੇ ਉਹਨੂੰ ਪਨਿਸ਼ਮੈਂਟ ਵੀ ਮਿਲ ਸਕਦੀ ਹੈ, ਫਾਈਨ ਵੀ ਲੱਗ ਸਕਦਾ ਉਹਨੂੰ, ਠੀਕ ਹੈ। ਇਹ ਸਾਡਾ ਹੈਗਾ ਸੀ ਰਾਈਟ ਅਗੇਨਸਟ ਐਕਸਪਲੋਇਟੇਸ਼ਨ, ਥਰਡ ਫੰਡਾਮੈਂਟਲ ਰਾਈਟਸ। ਹੁਣ ਅਸੀਂ ਫੋਰਥ ਫੰਡਾਮੈਂਟਲ ਰਾਈਟ 'ਤੇ ਆਉਣੇ ਆ, ਰਾਈਟ ਟੂ ਫਰੀडम ਆਫ ਰਿਲੀਜਨ, ਜਿਹਦੇ ਅੰਡਰ ਆਰਟੀਕਲ 26, ਆਰਟੀਕਲ 27 ਅਤੇ ਆਰਟੀਕਲ 25 ਵੀ ਆਉਂਦਾ। ਹਾਂਜੀ, ਆਰਟੀਕਲ 25, 26, 27 ਅਤੇ 28 ਇਹ 4 ਆਰਟੀਕਲ ਆਉਂਦੇ ਨੇ ਰਾਈਟ ਟੂ ਫਰੀडम ਆਫ ਰਿਲੀਜਨ ਦੇ ਅੰਡਰ। ਅਸੀਂ ਪਹਿਲਾਂ ਗੱਲ ਕਰਦੇ ਹਾਂ ਆਰਟੀਕਲ 25 ਦੀ, ਠੀਕ ਹੈ। ਆਰਟੀਕਲ 25 ਕੀ ਕਹਿੰਦਾ ਹੈਗਾ? ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ, ਆਚਰਣ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ। ਵੀ ਅਸੀਂ ਜਿਵੇਂ ਕੋਈ ਵੀ ਇਸ ਇੰਡੀਆ ਦਾ ਸਿਟੀਜ਼ਨ ਹੈ, ਨਾਗਰਿਕ ਹੈ, ਉਹ ਕੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਅਤੇ ਉਹਦਾ ਕੀ ਹੈ ਪ੍ਰਚਾਰ ਵੀ ਕਰ ਸਕਦਾ, ਜਿਵੇਂ ਪ੍ਰਚਾਰ ਕਰ ਸਕਦਾ, ਬਟ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ, ਓਨਲੀ ਕੀ ਪ੍ਰਚਾਰ ਕਰ ਸਕਦਾ ਹੈ। ਤੁਸੀਂ ਵੀ ਇਹ ਧਰਮ ਅਪਣਾ ਸਕਦੇ ਹੋ ਬਟ ਕਿਸੇ ਨੂੰ ਫੋਰਸ ਨਹੀਂ ਕਰ ਸਕਦੀ, ਓਕੇ। ਉਸ ਤੋਂ ਬਾਅਦ ਆਰਟੀਕਲ 26 ਕੀ ਕਹਿੰਦਾ ਹੈ? ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰ। ਅਸੀਂ ਕੀ ਜਿਹੜੇ ਸਾਡੇ ਧਰਮ ਨਾਲ ਰਿਲੇਟਿਡਸ ਅਫੇਅਰਸ ਨੇਗੇ ਉਹਨਾਂ ਨੂੰ ਮੈਨੇਜ ਕਰਨ ਦੀ ਸਾਨੂੰ ਕੀ ਹੈ ਫਰੀडम ਮਿਲੀ ਹੋਈ ਹੈ, ਵੀ ਅਸੀਂ ਉਹਨਾਂ ਨੂੰ ਕਿੱਦਾਂ ਮੈਨੇਜ ਕਰਨਾ ਹੈ, ਠੀਕ ਹੈ, ਆਪਣੇ ਧਰਮ ਰਿਲੇਟਿਡ ਜਿਹੜੇ ਸਾਨੂੰ ਰਿਲੀਜੀਅਸ ਅਫੇਅਰਸ ਨੇਗੇ ਉਹਨਾਂ ਦੇ। ਉਸ ਤੋਂ ਬਾਅਦ ਆਰਟੀਕਲ 27 ਇਹ ਇੰਪੋਰਟੈਂਟ ਆਰਟੀਕਲ ਹੈ। ਇਹ ਕੀ ਕਹਿੰਦਾ ਹੈਗਾ? ਫਰੀडम ਐਜ਼ ਟੂ ਪੇਮੈਂਟ ਆਫ ਟੈਕਸਿਸ ਆਫ ਔਰ ਪ੍ਰਮੋਸ਼ਨ ਆਫ ਐਨੀ ਪਾਰਟੀਕੂਲਰ ਰਿਲੀਜਨ। ਜੇ ਤੁਸੀਂ ਕੋਈ ਪਾਰਟੀਕੂਲਰ ਉਹਨਾਂ ਸੰਸਥਾਵਾਂ ਵਿੱਚ ਕਿਸੇ ਖਾਸ ਧਰਮ ਦੀ ਸਿੱਖਿਆ ਵਰਜ, ਜਿਵੇਂ ਮੰਨ ਲਓ ਕੋਈ ਸਕੂਲ ਖੋਲ੍ਹੇ ਕਿਸੇ ਨੇ ਵੀ ਇੱਥੇ ਸਿਰਫ ਸਿੱਖ ਧਰਮ ਦੀ ਸਿਕਸ਼ਾ ਦਿੱਤੀ ਜਾਊਗੀ, ਹਾਂਜੀ ਜੀ ਇੱਥੇ ਹਿੰਦੂ ਧਰਮ ਦੀ ਸਿਕਸ਼ਾ ਦਿੱਤੀ ਜਾਊਗੀ, ਹਾਂਜੀ ਇੱਥੇ ਈਸਾਈ ਧਰਮ ਦੀ ਸਿਕਸ਼ਾ ਦਿੱਤੀ ਜਾਊਗੀ, ਵੀ ਇਹੋ ਜਿਹੇ ਕੰਮ ਜੇ ਕੋਈ ਸਕੂਲ ਵਗੈਰਾ ਖੋਲ੍ਹਦਾ ਤਾਂ ਉਹਨਾਂ ਸੰਸਥਾਵਾਂ ਨੂੰ ਕੀ ਟੈਕਸ ਪੇ ਕਰਨਾ ਪਊਗਾ, ਠੀਕ ਹੈ। ਬਾਕੀ ਉਹ ਕਰ ਸਕਦੇ ਨੇ ਬਟ ਉਹਨਾਂ ਨੂੰ ਕੀ ਟੈਕਸ ਪੇ ਕਰਨਾ ਪਊਗਾ। ਉਸ ਤੋਂ ਬਾਅਦ ਆਰਟੀਕਲ 28 ਕੀ ਕਹਿੰਦਾ ਹੈ? ਉਹਨਾਂ ਸੰਸਥਾਵਾਂ ਵਿੱਚ ਕਿਸੇ ਖਾਸ ਧਰਮ ਦੀ ਸਿੱਖਿਆ ਵਰਜਿਤ ਹੈ ਜੋ ਪੂਰਨ ਤੌਰ 'ਤੇ ਸਰਕਾਰੀ ਹਨ। ਜਿਹੜੇ ਸਰਕਾਰੀ ਸਕੂਲ ਹੈ, ਸਰਕਾਰੀ ਕਾਲਜ ਹੈ, ਉੱਥੇ ਕੀ ਕਿਸੇ ਪਾਰਟੀਕੂਲਰ ਧਰਮ ਦੀ ਅਸੀਂ ਉੱਥੇ ਸਿੱਖਿਆ ਨਹੀਂ ਦੇ ਸਕਦੇ, ਵੀ ਜਿਵੇਂ ਕੋਈ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਅਸੀਂ ਹਿੰਦੂ ਧਰਮ ਦੀ ਸਿੱਖਿਆ ਦੇਣ ਲੱਗ ਜਾਈਏ, ਸਿੱਖ ਧਰਮ ਦੀ ਸਿੱਖਿਆ ਦੇਣ ਲੱਗ ਜਾਈਏ, ਉਸ ਚੀਜ਼ ਦੀ ਕੀ ਹੈ ਮਨਾਹੀ ਹੈ, ਉਸ 'ਤੇ ਕੀ ਹੈ
ਉਹ ਨਹੀਂ ਕਰ ਸਕਦੇ ਅਸੀਂ ਆਰਟੀਕਲ 28 ਦੇ ਅਕੋਰਡਿੰਗ। ਉਸ ਤੋਂ ਬਾਅਦ ਸਾਡਾ 6th ਹੈਗਾ ਰਾਈਟ ਆਫ ਕਲਚਰ ਐਂਡ ਐਜੂਕੇਸ਼ਨਲ ਰਾਈਟਸ। ਇਹ ਸਾਡਾ 6th ਫੰਡਾਮੈਂਟਲ ਰਾਈਟ ਹੈ। 5th ਫੰਡਾਮੈਂਟਲ ਰਾਈਟ ਹੈ ਰਾਈਟ ਆਫ ਕਲਚਰ ਐਂਡ ਐਜੂਕੇਸ਼ਨਲ ਰਾਈਟਸ। ਇਹਦੇ ਅੰਡਰ ਕੀ ਹੈ ਆਰਟੀਕਲ 29 ਅਤੇ ਆਰਟੀਕਲ 30 ਆਉਂਦੇਗਾ। ਇਸ ਦੇ ਵਿੱਚ ਕੀ ਹੈ ਪ੍ਰੋਟੈਕਸ਼ਨ ਆਫ ਇੰਟਰਸਟ ਔਰ ਮਿਨੋਰਿਟੀਜ਼। ਜਿਹੜੇ ਸਾਡਾ ਇੰਟਰਸਟ ਕੀ ਹੈ, ਸਾਡੀ ਮਿਨੋਰਿਟੀਜ਼ ਕੀ ਨੇ, ਸਾਡੀ ਪ੍ਰਾਇਓਰਿਟੀਜ਼ ਕੀ ਨੇ, ਉਹਨਾਂ ਦਾ ਕੀ ਹੈ ਸਾਨੂੰ ਪ੍ਰੋਟੈਕਟ ਕਰਨ ਦੀ ਸਾਨੂੰ ਫਰੀडम ਹੈਗੀ। ਓਕੇ, ਇਹ ਕੀ ਹੁਣ ਕਹਿੰਦੇ ਗਾ ਰਾਈਟ ਟੂ ਕਲਚਰ ਐਂਡ ਐਜੂਕੇਸ਼ਨਲ ਰਾਈਟ ਵੀ ਅਸੀਂ ਆਪਦੇ ਜਿਵੇਂ ਹੁਣ ਪੰਜਾਬ ਦਾ ਸੱਭਿਆਚਾਰ ਹੈ ਇਹਨੂੰ ਪ੍ਰੋਟੈਕਟ ਕਰਕੇ ਰੱਖਣ ਦਾ ਸਾਡਾ ਕੀ ਹੈ ਅਸੀਂ ਇਹਨੂੰ ਪ੍ਰੋਟੈਕਟ ਕਰਕੇ ਰੱਖੀਏ, ਸਾਡਾ ਰਾਈਟ ਹੈ। ਐਜੂਕੇਸ਼ਨਲ ਰਾਈਟ ਵੀ ਹੈਗਾ ਸਾਨੂੰ ਵੀ ਸਿੱਖਿਆ ਦਾ ਅਧਿਕਾਰ ਵੀ ਹੈਗਾ। ਅਸੀਂ ਕੋਈ ਵੀ ਸਕੂਲ ਦੇ ਵਿੱਚ ਜਾ ਕੇ ਉੱਥੋਂ ਦੀ ਫੀਸ ਪੇ ਕਰਕੇ ਕੀ ਐਜੂਕੇਸ਼ਨ ਲੈ ਸਕਦੇ ਹਾਂ। ਜ਼ਰੂਰੀ ਨਹੀਂ ਹੈਗਾ ਵੀ ਸਾਰੇ ਕੋਈ ਵੀ ਜਾ ਸਕਦਾ, ਜ਼ਰੂਰੀ ਨਹੀਂ ਕੋਈ ਪਰਟੀਕੂਲਰ ਹੀ ਜਾਊਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਆਰਟੀਕਲ 30। ਆਰਟੀਕਲ 30 ਕੀ ਕਹਿੰਦਾ ਹੈ ਟੂ ਐਸਟੈਬਲਿਸ਼ਮੈਂਟ ਐਜੂਕੇਸ਼ਨਲ ਇੰਸਟੀਟਿਊਸ਼ਨ। ਅਸੀਂ ਕੀ ਹੈ ਐਜੂਕੇਸ਼ਨ ਇੰਸਟੀਟਿਊਸ਼ਨ ਦੀ ਸਥਾਪਨਾ ਕੀ ਅਸੀਂ ਕਰ ਸਕਦੇ ਹਾਂ, ਕਿਤੇ ਵੀ ਕਰ ਸਕਦੇ ਹਾਂ। ਸਾਨੂੰ ਕੀ ਹੈ ਅਧਿਕਾਰ ਹੈ ਆਰਟੀਕਲ 30 ਅਕੋਰਡਿੰਗ, ਬਟ ਜਿਹੜੇ ਉਹਦੇ ਰੂਲਸ ਅਤੇ ਰੈਗੂਲੇਸ਼ਨ ਉਹਨਾਂ ਨੂੰ ਕੀ ਹੈ ਸਾਨੂੰ ਫੋਲੋ ਕਰਨਾ ਪਊਗਾ। ਇਹ ਦੋਨੇ ਆਰਟੀਕਲ 29 ਅਤੇ ਆਰਟੀਕਲ 30 ਇਹ ਦੋਨੇ ਕਿਹਦੇ ਅੰਡਰ ਆਉਂਦੇ ਨੇ ਰਾਈਟ ਟੂ ਕਲਚਰ ਐਂਡ ਐਜੂਕੇਸ਼ਨਲ ਰਾਈਟਸ ਇਹਦੇ ਅੰਡਰ ਆਉਂਦੇ ਨੇ ਆਰਟੀਕਲ 29 ਐਂਡ ਆਰਟੀਕਲ 30। ਉਸ ਤੋਂ ਬਾਅਦ ਜਿਹੜਾ 6th ਆਰਟੀਕਲ ਹੈ ਰਾਈਟ ਟੂ ਪ੍ਰੋਪਰਟੀ। ਇਹ ਕੀ ਹੈ ਪਹਿਲਾਂ ਹੈਗਾ ਸੀ ਕਨਸਟੀਟਿਊਸ਼ਨ ਦੇ ਵਿੱਚ, ਬਟ ਇਹਨੂੰ ਬਾਅਦ ਦੇ ਵਿੱਚ ਕੀ ਹੈ ਡਿਲੀਟ ਕਰ ਦਿੱਤਾ ਗਿਆ ਹੈ। ਰਾਈਟ ਟੂ ਪ੍ਰੋਪਰਟੀ ਮਤਲਬ ਸੰਪੱਤੀ ਦਾ ਅਧਿਕਾਰ, ਇਹਨੂੰ ਕੀ ਹੈ ਡਿਲੀਟ ਕਰਤਾ। ਡਿਲੀਟ ਕਦੋਂ ਕੀਤਾ ਆਰਟੀਕਲ 31 ਦੇ ਅਕੋਰਡਿੰਗ ਇਹਨੂੰ ਕੀ ਹੈ ਡਿਲੀਟ ਕਰਤਾ। ਇਹਦੇ ਵਿੱਚ ਆਰਟੀਕਲ 31 ਆਉਂਦਾ ਸੀਗਾ, ਹੁਣ ਵੀ ਅਸੀਂ ਕੀ ਹੈ ਡਿਲੀਟ ਕਰਤਾ। ਕਦੋਂ ਕੀਤਾ ਇਹ 44th ਅਮੈਂਡਮੈਂਟ ਹੋਈ ਸੀਗੀ 1978 ਦੇ ਵਿੱਚੋਂ। ਠੀਕ ਹੈ, ਇਹ ਕੁਐਸਚਨ ਆਉਂਦਾ ਵੀ ਜਿਹੜਾ ਰਾਈਟ ਟੂ ਪ੍ਰੋਪਰਟੀ ਦਾ ਵੀ ਕਦੋਂ ਡਿਲੀਟ ਕੀਤਾ ਸੀ 44th ਅਮੈਂਡਮੈਂਟ ਰਾਈ 1978 ਦੇ ਵਿੱਚ। ਠੀਕ ਹੈ, ਮੌਲਿਕ ਅਧਿਕਾਰਾਂ ਦੇ ਵਿੱਚੋਂ ਕੱਟ ਕੇ ਇਹਨੂੰ ਕੀ ਹੈ ਲੀਗਲ ਰਾਈਟ ਬਣਾ ਕੇ ਲੀਗਲ ਰਾਈਟ ਬਣਾਤਾ ਸੀ ਅਤੇ ਇਹਨੂੰ ਇੱਥੋਂ ਕੱਟ ਕੇ ਇਹਦੇ ਵਿੱਚ ਕਿੱਥੇ ਰੱਖਤਾ ਇਹਨੂੰ 300A ਦੇ ਵਿੱਚ ਕਰਤਾ। ਠੀਕ ਹੈ, ਇਹ ਇੰਪੋਰਟੈਂਟ ਹੈ ਕਿ ਇਹਨੂੰ ਡਿਲੀਟ ਕਰਤਾ, ਕਦੋਂ ਕੀਤਾ ਅਤੇ ਕਿੱਥੇ ਇਹਨੂੰ ਮੌਲਿਕ ਅਧਿਕਾਰਾਂ ਵਿੱਚ ਕੱਟ ਕੇ ਕਿੱਥੇ ਰੱਖਿਆ ਲੀਗਲ ਰਾਈਟਸ ਦੇ ਵਿੱਚ ਇਹਨੂੰ ਰੱਖਤਾ 300A ਦੇ ਵਿੱਚ। ਉਸ ਤੋਂ ਬਾਅਦ 7th ਫੰਡਾਮੈਂਟਲ ਰਾਈਟ ਹੈਗਾ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ। ਇਹਦੇ ਵਿੱਚ ਸਿਰਫ ਇੱਕ ਆਰਟੀਕਲ ਆਉਂਦਾ ਆਰਟੀਕਲ 32। ਜਿਹੜਾ ਇਸ ਆਰਟੀਕਲ ਨੂੰ ਕੀ ਹਾਰਟ ਐਂਡ ਸਾਊਲ ਵੀ ਕਿਹਾ ਜਾਂਦਾ ਹੈ ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਬਹੁਤ ਇੰਪੋਰਟੈਂਟ ਆਰਟੀਕਲ ਹੈ ਇਹ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ। ਹੁਣ ਅਸੀਂ ਆਰਟੀਕਲ 32 ਤੇ ਡਿਸਕਸ ਕਰਦੇ ਹਾਂ। ਜਿਹੜਾ ਆਰਟੀਕਲ 32 ਹੈ ਇਹਨੂੰ ਹਾਰਟ ਐਂਡ ਸਾਊਲ ਆਫ ਦਾ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਜਿਹੜੇ ਆਰਟੀਕਲ 32 ਹੈ ਇਹਨੇ ਦਿੱਤਾ ਸੀ BR ਅੰਬੇਦਕਰ ਨੇ। ਠੀਕ ਹੈ, ਇਹਦੇ ਵਿੱਚ ਕੀ ਹੈ ਅਸੀਂ ਜਿਹੜੇ ਸਾਨੂੰ ਰਿਟਸ ਨੇਗੀਆਂ ਰਿਟਸ ਤਾਂ ਹੁੰਦੀਆਂ ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ। ਉਹਨਾਂ ਰਿਟਸ ਦੀ ਵਰਤੋਂ ਕਰਕੇ ਠੀਕ ਹੈ ਜੇਕਰ ਅਸੀਂ ਉਹਨਾਂ ਦੀ ਰਿਟਸ ਦੀ ਵਰਤੋਂ ਅਸੀਂ ਸੁਪਰੀਮ ਕੋਰਟ ਵਿੱਚ ਕਰਨੀ ਹੋਵੇ, ਜੇ ਕੋਈ ਰਿਟ ਹੈਗੀ ਠੀਕ ਹੈ ਉਹ ਅਸੀਂ ਲਗਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਚੱਲੀ ਨਹੀਂ, ਤਾਂ ਉਸ ਰਿਟ ਦੀ ਵਰਤੋਂ ਅਸੀਂ ਕੀ ਇਹ ਸੁਪਰੀਮ ਕੋਰਟ ਦੇ ਵਿੱਚ ਕਰਨੀ ਹੈ ਤਾਂ ਅਸੀਂ ਕਿਹਦੇ ਅਕੋਰਡਿੰਗ ਕਰਾਂਗੇ ਵੀ ਕਿਹੜੇ ਹੱਕ ਨਾਲ ਕਰਾਂਗੇ, ਕਿਉਂਕਿ ਸਾਨੂੰ ਕੀ ਮਿਲਿਆ ਹੋਇਆ ਆਰਟੀਕਲ 32। ਇਸ ਆਰਟੀਕਲ ਦੇ ਅਕੋਰਡਿੰਗ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰਿਟ ਹੈਗੀ ਉਹਨੂੰ ਲਾ ਕੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਜਾ ਸਕਦੇ ਹਾਂ ਰਿਟ ਨਾਲ। ਠੀਕ ਹੈ, ਅਸੀਂ ਹੁਣ ਉਹ ਰਿਟਸ ਬਾਰੇ ਵੀ ਗੱਲ ਕਰਾਂਗੇ ਕਿਹੜੀਆਂ ਰਿਟਸ ਨੇ। 5 ਰਿਟਾਂ ਮਿਲੀਆਂ ਹੋਈਆਂ ਨੇ। ਠੀਕ ਹੈ, ਅਤੇ ਜਿਹੜੀ ਇਹ ਰਿਟਸ ਨੇਗੀਆਂ ਹਾਈ ਕੋਰਟ ਦੇ ਵਿੱਚ, ਤਾਂ ਜੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਰਿਟ ਦੀ ਵਰਤੋਂ ਕਰਨੀ ਹੈ ਤਾਂ ਆਰਟੀਕਲ 32 ਅਕੋਰਡਿੰਗ ਕਰਾਂਗੇ, ਬਟ ਜੇ ਅਸੀਂ ਹਾਈ ਕੋਰਟ ਦੇ ਵਿੱਚ ਕਰਨੀ ਹੋਵੇ ਤਾਂ ਉਹਦੇ ਲਈ 226A ਆਰਟੀਕਲ ਹੈ ਉਹਦੇ ਅਕੋਰਡਿੰਗ ਕਰਾਂਗੇ। ਠੀਕ ਹੈ, ਬਟ ਇਹ ਸਾਨੂੰ ਕੀ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਆਰਟੀਕਲ 32। ਠੀਕ ਹੈ, ਬਟ ਜਿਹੜਾ ਹਾਈ ਕੋਰਟ ਦੇ ਵਿੱਚ ਚੱਲਦਾ ਹੈ 226A ਠੀਕ ਹੈ ਉਹ ਸਾਡਾ ਫੰਡਾਮੈਂਟਲ ਰਾਈਟ ਦੇ ਵਿੱਚ ਨਹੀਂ ਆਉਂਦਾ। ਸਮਝ ਰਹੇ ਹੋ ਨਾ ਇਸ ਗੱਲ ਨੂੰ। ਹੁਣ ਅਸੀਂ ਜਿਹੜੀਆਂ 5 ਰਿਟਸ ਨੇ, ਇੱਕ ਤਾਂ ਹੈਬੀਅਸ ਕਾਰਪਸ, ਮੈਂਡੇਮਸ, ਕਿਊਬਰੰਟੋ, ਪ੍ਰੋਹੀਬਿਸ਼ਨ ਅਤੇ ਸਿਟੋਰੀਅਲ। ਇਹ 5 ਰਿਟਸ ਨੇਗੀਆਂ ਜਿਨ੍ਹਾਂ ਨੂੰ ਕੀ ਹੈ ਅਸੀਂ ਇਹਦੇ ਲਈ ਮੈਂ ਅਲੱਗ ਵੀਡੀਓ ਬਣਾ ਦੂੰਗੀ ਜਿਹੜੀਆਂ ਰਿਟਾਂ ਨੇਗੀਆਂ 5 ਦੇ। ਜੇ ਤੁਸੀਂ ਚਾਹੁੰਦੇ ਹੋ ਇਹਨਾਂ ਰਿਟਸ ਬਾਰੇ ਵੀ ਤੁਹਾਨੂੰ ਦੱਸਿਆ ਜਾਵੇ ਤਾਂ ਅਗਲੀ ਵੀਡੀਓ ਦੇਖਿਓ।
ठीक है। इन्हां रिट्स की वरतों की असी आर्टिकल 32 दे ला के आपदा हक समझ के इनू सुप्रीम कोर्ट दे विच असी जा सकते हैं। इत्थे आके की है साडे जिहड़े फंडामेंटल राइट्स ने 6 फंडामेंटल राइट्स वो टॉपिक इत्थे खत्म होंदा है। एक बार असी फिर तो रिविजन मारते हैं। चलो पहला राइट है साडा राइट टू इक्वैलिटी, सैकेंड है सानू राइट टू फ्रीडम। जिहड़ा राइट टू इक्वैलिटी उहदे विच आर्टिकल 42 लैके आर्टिकल 18 तक आउंदे ने 5 आर्टिकल्स। ते राइट टू फ्रीडम दे अंदर आउंदे ने आर्टिकल 90 टू 22 4 आर्टिकल्स आउंदे ने 90 20 21 ते 22। ते राइट अगेंस्ट एक्सप्लॉयटेशन ਇਹਦੇ ਵਿੱਚ आर्टिकल 23 ਤੇ आर्टिकल 24 आंदे ने। ते राइट टू फ्रीडम ऑफ रिलीजन ये आर्टिकल 25 26 27 ते 28 है। उस बाद कल्चरल एंड एजुकेशनल राइट्स आर्टिकल 29 है। आर्टिकल 30 राइट टू प्रॉपर्टी की है डिलीट करता है अंडर आर्टिकल 31 आउंदा सी ते इनू इत्थों डिलीट करके कदों कीता 44th अमेंडमेंट राई 1978 दे विच मौलिक अधिकारां दे विचों कट के इनू कि लीगल राइट्स बनाता सी सानू 300 है। उस बाद साडा 6th मतलब इन हुण डिलीट करता तो साडा 6th फंडामेंटल राइट की बनता है राइट टू कॉन्स्टिट्यूशनल रैमेडीज जिहदे अंडर की आर्टिकल 32 आउंदा है। ते इनू होर की कहंदे हार्ट एंड साउंड। सीधा भी क्वेश्चन कई बार आ जांदे भी हार्ट एंड साउंड किहड़े आर्टिकल किहड़े राइट नूं कहा जांदा है। तो राइट टू कॉन्स्टिट्यूशनल रैमेडीज। आई होप तुहानूं ये वीडियो पसंद आई होगी, समझ आई होगी। जो कोई भी तुहानूं डाउट है किसी भी आर्टिकल रिलेटेड तो कमेंट करके जरूर दस्सिओ। थैंक्स फॉर वॉचिंग।